ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਵੀਡੀਓ ਦੇ ਨਾਲ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਤੱਕ ਕੁਝ ਖਾਸ ਜਾਣਕਾਰੀ ਪਹੁੰਚਾਈ ਜਾਵੇ। ਅੱਜ ਅਸੀਂ ਸਾਵਣ ਦੇ ਮਹੀਨੇ ਨਾਲ ਸੰਬੰਧਿਤ ਕੁਝ ਖਾਸ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਨਾਗ ਪੰਚਮੀ ਬਾਰੇ ਤਾਂ ਤੁਸੀਂ ਅਕਸਰ ਸੁਣਿਆ ਹੋਵੇਗਾ। ਇਸ ਦਿਨ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ। ਔਰਤਾਂ ਨਾਗ ਦੇਵਤਾ ਨੂੰ ਆਪਣਾ ਭਰਾ ਮੰਨ ਕੇ ਉਸ ਦੀ ਪੂਜਾ ਕਰਦੀਆਂ ਹਨ ਅਤੇ ਠੰਡੇ ਦੁੱਧ ਦਾ ਭੋਗ ਵੀ ਲਗਾਉਂਦੀਆਂ ਹਨ। ਆਖਿਰ ਨਾਗ ਪੰਚਮੀ ਕਿਉਂ ਮਨਾਈ ਜਾਂਦੀ ਹੈ? ਇਸ ਦੇ ਪਿੱਛੇ ਕੀ ਰਾਜ ਹੈ? ਅੱਜ ਅਸੀਂ ਨਾਗ ਪੰਚਮੀ ਬਾਰੇ ਜ਼ਿਕਰ ਕਰਾਂਗੇ। ਨਾਗ ਪੰਚਮੀ ਕਿਵੇਂ ਸ਼ੁਰੂ ਹੋਈ ਸੀ, ਪੂਰੀ ਕਥਾ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਗ ਪੰਚਮੀ ਬਾਰੇ ਪੂਰੀ ਕਥਾ ਸੁਣਨ ਲਈ ਜੁੜੇ ਰਹੀਏ ਸਾਡੇ ਚੈਨਲ ਮੰਡਾਰ ਮਲਟੀਮੀਡੀਆ ਦੇ ਨਾਲ। ਚਲਿਏ ਸ਼ੁਰੂ ਕਰਦੇ ਹਾਂ ਨਾਗ ਪੰਚਮੀ ਦੀ ਕਥਾ। ਕਹਿੰਦੇ ਹਨ ਨਾਗ ਪੰਚਮੀ ਦੀ ਕਥਾ ਸੁਣਨ ਨਾਲ ਨਾਗ ਦੇਵਤਾ ਖੁਸ਼ ਹੋ ਕੇ ਇਨਸਾਨ ਤੇ ਆਉਣ ਵਾਲੀ ਹਰ ਮੁਸੀਬਤ ਨੂੰ ਟਾਲ ਦਿੰਦੇ ਹਨ। ਇਸ ਲਈ ਨਾਗ ਪੰਚਮੀ ਦੀ ਕਥਾ ਨੂੰ ਪੂਰਾ ਸੁਣਨਾ ਚਾਹੀਦਾ ਹੈ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੱਸਣਾ ਚਾਹਾਂਗੇ ਕਿ 2023 ਵਿੱਚ ਜੋ ਸਾਵਣ ਦਾ ਮਹੀਨਾ ਆਇਆ ਹੈ, ਇਹ 4 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਸਾਵਣ ਦਾ ਇਹ ਮਹੀਨਾ ਕਈ ਸਾਲਾਂ ਬਾਅਦ ਆਇਆ ਹੈ, ਜੋ ਲਗਾਤਾਰ 2 ਮਹੀਨੇ ਰਹੇਗਾ। ਇਹਨਾਂ 2 ਮਹੀਨਿਆਂ ਦੇ ਦਰਮਿਆਨ ਨਾਗ ਪੰਚਮੀ 21 ਅਗਸਤ ਦਿਨ ਸੋਮਵਾਰ 2023 ਨੂੰ ਮਨਾਈ ਜਾਵੇਗੀ। ਬੇਹੱਦ ਹੀ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ। ਉਸ ਦੇ 7 ਪੁੱਤਰ ਸੀ। 7 ਹੀ ਪੁੱਤਰ ਵਿਆਹੇ ਗਏ ਸੀ। ਸੇਠ ਦੀਆਂ 7 ਨੌਵਾਂ ਦੇ ਸੁਭਾਅ ਅਲੱਗ-ਅਲੱਗ ਸੀ, ਪਰ ਸਾਰਿਆਂ ਤੋਂ ਜੋ ਛੋਟੀ ਸੁਸ਼ੀਲਾ ਸੀ, ਉਸ ਦਾ ਸੁਭਾਅ ਬਹੁਤ ਹੀ ਨੇਕ ਦਿਆਲੂ ਕਿਸਮ ਦਾ ਸੀ। ਉਸ ਸਮੇਂ ਕੱਚੇ ਘਰ ਹੁੰਦੇ ਸੀ। ਔਰਤਾਂ ਆਪਣੇ ਘਰਾਂ ਨੂੰ ਮਿੱਟੀ ਦੇ ਨਾਲ ਲਿਪਦੀਆਂ ਹੁੰਦੀਆਂ ਸੀ। ਪੀਲੀ ਮਿੱਟੀ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਸੀ। ਪੀਲੀ ਮਿੱਟੀ ਲੈਣ ਵਾਸਤੇ ਇੱਕ ਦਿਨ ਸੇਠ ਦੀਆਂ 7 ਨੌਵਾਂ ਘਰੋਂ ਬਾਹਰ ਗਈਆਂ। ਸੇਠ ਦੀਆਂ 7 ਨੌਹਾਂ ਰੰਬੇ ਨਾਲ ਮਿੱਟੀ ਪੁੱਟ ਰਹੀਆਂ ਸਨ ਕਿ ਅਚਾਨਕ ਵੱਡੀ ਨੌਂ ਦੇ ਸਾਹਮਣੇ ਇੱਕ ਨਾਗ ਆ ਗਿਆ। ਵੱਡੀ ਨੌਂ ਨੇ ਨਾਗ ਨੂੰ ਮਾਰਨ ਲਈ ਰੰਬਾ ਉੱਪਰ ਚੁੱਕਿਆ ਹੀ ਸੀ ਕਿ ਛੋਟੀ ਬਹੂ ਸੁਸ਼ੀਲਾ ਨੇ ਰੰਬਾ ਫੜ ਲਿਆ ਅਤੇ ਨਾਗ ਨੂੰ ਨਾ ਮਾਰਨ ਲਈ ਕਿਹਾ। ਸੁਸ਼ੀਲਾ ਦੇ ਕਹਿਣ ਤੇ ਵੱਡੀ ਨੌਂ ਨੇ ਨਾਗ ਨੂੰ ਨਹੀਂ ਮਾਰਿਆ। ਪੀਲੀ ਮਿੱਟੀ ਇਕੱਠੀ ਕਰਕੇ 7 ਨੌਹਾਂ ਆਪਣੇ ਘਰ ਨੂੰ ਵਾਪਸ ਚੱਲਣ ਲੱਗੀਆਂ ਤਾਂ ਛੋਟੀ ਨੌਂ ਨੇ ਨਾਗ ਨੂੰ ਕਿਹਾ, ਤੁਸੀਂ ਇੱਥੋਂ ਜਾਣਾ ਨਹੀਂ, ਮੈਂ ਹੁਣੇ ਵਾਪਸ ਆਉਂਦੀ ਹਾਂ। 7 ਨੌਹਾਂ ਪੀਲੀ ਮਿੱਟੀ ਲੈ ਕੇ ਜਦੋਂ ਆਪਣੇ ਘਰ ਪਹੁੰਚੀਆਂ ਤਾਂ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਈਆਂ। ਛੋਟੀ ਨੌਂ ਨੂੰ ਵੀ ਯਾਦ ਭੁੱਲ ਗਿਆ ਕਿ ਮੈਂ ਨਾਗ ਨੂੰ ਉੱਥੇ ਬਿਠਾ ਕੇ ਆਈ ਹਾਂ। ਦੂਸਰੇ ਦਿਨ ਅਚਾਨਕ ਛੋਟੀ ਨੌਂ ਨੂੰ ਯਾਦ ਆ ਗਿਆ ਕਿ ਮੈਂ ਤਾਂ ਉੱਥੇ ਨਾਗ ਨੂੰ ਬਿਠਾ ਕੇ ਆਈ ਸੀ। ਇਸ ਤੋਂ ਪਹਿਲਾਂ ਹੋਰ ਦੇਰ ਹੋ ਜਾਂਦੀ। ਛੋਟੀ ਨੌਂ ਦੁੱਧ ਦਾ ਕਟੋਰਾ ਲੈ ਕੇ ਘਰੋਂ ਦੌੜੀ ਉੱਥੇ ਪਹੁੰਚ ਗਈ ਜਿੱਥੇ ਨਾਗ ਨੂੰ ਰੁਕਣ ਲਈ ਆਖਿਆ ਸੀ। ਛੋਟੀ ਨੌਂ ਨੇ ਵੇਖਿਆ ਕਿ ਨਾਗ ਤਾਂ ਉੱਥੇ ਹੀ ਬੈਠਾ ਸੀ। ਉਹ ਇੰਜ ਜਾਪਦਾ ਸੀ ਜਿਵੇਂ ਛੋਟੀ ਨੌਂ ਦਾ ਹੀ ਇੰਤਜ਼ਾਰ ਕਰਦਾ ਹੋਵੇ। ਨਾਗ ਬਹੁਤ ਕ੍ਰੋਧ ਵਿੱਚ ਸੀ। ਇੰਜ ਜਾਪਦਾ ਸੀ ਕਿ ਉਹ ਹੁਣ ਛੋਟੀ ਨੌਂ ਨੂੰ ਜ਼ਰੂਰ ਡੰਗ ਮਾਰੇਗਾ। ਛੋਟੀ ਨੌਂ ਨਾਗ ਕੋਲ ਪਹੁੰਚ ਕੇ ਕਹਿੰਦੀ, ਭਰਾਵਾ ਮੈਨੂੰ ਮੁਆਫ ਕਰ ਦੇਈਂ, ਮੈਂ ਭੁੱਲ ਗਈ ਸੀ, ਪਰ ਹੁਣ ਮੈਂ ਭਰਾ ਜੀ ਤੁਹਾਡੇ ਲਈ ਦੁੱਧ ਲੈ ਕੇ ਆਈ ਹਾਂ। ਤੁਸੀਂ ਦੁੱਧ ਦਾ ਭੋਗ ਲਗਾਓ ਤੇ ਆਪਣੀ ਭੈਣ ਨੂੰ ਮੁਆਫ ਕਰਿਓ। ਨਾਗ ਸ਼ਾਂਤ ਹੋ ਗਿਆ ਤੇ ਕਹਿੰਦਾ, ਮੈਂ ਤੁਹਾਨੂੰ ਡੰਗ ਮਾਰ ਸਕਦਾ ਸੀ ਕਿਉਂਕਿ ਤੁਸੀਂ ਇੱਕ ਨਾਗ ਨਾਲ ਝੂਠਾ ਵਾਅਦਾ ਕੀਤਾ ਸੀ ਵਾਪਸ ਆਉਣ ਦਾ, ਪਰ ਅੱਜ ਤੁਸੀਂ ਮੈਨੂੰ ਭਰਾ ਕਹਿ ਕੇ ਮੇਰਾ ਗੁੱਸਾ ਠੰਡਾ ਕਰ ਦਿੱਤਾ ਹੈ। ਨਾਗ ਨੇ ਖੁਸ਼ ਹੋ ਕੇ ਦੁੱਧ ਦਾ ਭੋਗ ਲਗਾਇਆ ਅਤੇ ਛੋਟੀ ਨੌਂ ਨੂੰ ਆਪਣੀ ਭੈਣ ਬਣਾ ਲਿਆ ਤੇ ਕਿਹਾ, ਮੈਂ ਇੱਕ ਭਰਾ ਹੋਣ ਦਾ ਪੂਰਾ ਵਚਨ ਨਿਭਾਵਾਂਗਾ। ਜਦੋਂ ਵੀ ਜ਼ਰੂਰਤ ਹੋਵੇ ਮੈਨੂੰ ਯਾਦ ਕਰ ਲਈ ਮੇਰੀ ਭੈਣਾ। ਨਾਗ ਅਤੇ ਛੋਟੀ ਨੌਂ ਆਪੋ ਆਪਣੇ ਰਸਤੇ ਚੱਲ ਪਏ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਦਿਨ ਬੀਤਦੇ ਗਏ। ਫਿਰ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ। ਛੋਟੀ ਨੌਂ ਨੂੰ ਛੱਡ ਕੇ ਸੇਠ ਦੀਆਂ ਬਾਕੀ ਨੌਹਾਂ ਦੇ ਭਰਾ ਆਪਣੀਆਂ ਭੈਣਾਂ ਨੂੰ ਸਾਵਣ ਦੇ ਮਹੀਨੇ ਵਿੱਚ ਆਪਣੇ ਨਾਲ ਉਹਨਾਂ ਨੂੰ ਆਪਣੇ ਪੇਕੇ ਘਰ ਲਿਜਾਣ ਲਈ ਆ ਗਏ ਸੀ। ਛੋਟੀ ਨੌਂ ਬੜੀ ਪਰੇਸ਼ਾਨ ਬੈਠੀ ਸੀ। ਉਹ ਆਪਣਾ ਸਿਰ ਆਪਣੇ ਗੋਡਿਆਂ ਤੇ ਰੱਖ ਕੇ ਬੈਠੀ ਰੋ ਰਹੀ ਸੀ ਕਿਉਂਕਿ ਉਹ ਪਰੇਸ਼ਾਨ ਸੀ ਕਿ ਸਾਰੀਆਂ ਦੇ ਭਰਾ ਉਹਨਾਂ ਨੂੰ ਲੈਣ ਆਏ ਹਨ। ਮੇਰੇ ਤਾਂ ਨਾ ਮਾਂ ਹੈ, ਨਾ ਪਿਓ ਹੈ ਤੇ ਨਾ ਹੀ ਭਰਾ। ਛੋਟੀ ਨੌਂ ਹਜੇ ਭਰਾ ਬਾਰੇ ਸੋਚ ਹੀ ਰਹੀ ਸੀ ਕਿ ਅਚਾਨਕ ਆਵਾਜ਼ ਆਈ, ਭੈਣਾ ਮੈਂ ਆ ਗਿਆ ਤੈਨੂੰ ਲੈਣ। ਤੂੰ ਕੀ ਸੋਚਣ ਲੱਗੀ ਸੀ ਕਿ ਤੇਰਾ ਭਰਾ ਨਹੀਂ ਆਵੇਗਾ?
ਛੋਟੀ ਨੌਂ ਇੱਕ ਵਿਸ਼ਵਾਸ ਦੇ ਆਸਰੇ ਬਿਨਾਂ ਕੁਝ ਸੋਚੇ ਸਮਝੇ ਅਤੇ ਦੇਰ ਕੀਤੇ ਬਿਨਾਂ ਆਪਣੇ ਘਰ ਵਾਲੇ ਨੂੰ ਅਤੇ ਬਾਕੀ ਮੈਂਬਰਾਂ ਨੂੰ ਦੱਸ ਕੇ ਲੈਣ ਆਏ ਭਰਾ ਨਾਲ ਵਿਦਿਆ ਹੋ ਗਈ। ਰਸਤੇ ਵਿੱਚ ਤੁਰਿਆਂ ਜਾਂਦਿਆਂ ਛੋਟੀ ਨੌਂ ਸੁਸ਼ੀਲਾ ਨੇ ਜਕਦਿਆਂ ਪੁੱਛ ਹੀ ਲਿਆ, ਭਰਾਵਾ ਤੁਸੀਂ ਕੌਣ ਹੋ ਜੋ ਮੇਰਾ ਭਰਾ ਬਣ ਕੇ ਆਏ ਹੋ ਮੈਨੂੰ ਲੈਣ ਵਾਸਤੇ? ਉਸਨੇ ਦੱਸਿਆ, ਮੈਂ ਉਹੀ ਨਾਗ ਹਾਂ ਜਿਸ ਨੂੰ ਭੈਣਾ ਤੂੰ ਦੁੱਧ ਪਿਲਾਇਆ ਸੀ। ਮੈਂ ਅੱਜ ਇਨਸਾਨ ਦਾ ਜਾਮਾ ਧਾਰ ਕੇ ਆਪਣਾ ਭਰਾ ਹੋਣ ਦਾ ਬਚਨ ਨਿਭਾਉਣ ਵਾਸਤੇ ਆਇਆ ਹਾਂ। ਸੁਸ਼ੀਲਾ ਨਾਗ ਭਰਾ ਨਾਲ ਖੁਸ਼ੀ ਨਾਗ ਲੋਕ ਪਹੁੰਚ ਗਈ। ਉੱਥੇ ਬਹੁਤ ਹੀ ਹੋਰ ਛੋਟੇ ਨਾਗ ਖੇਲ ਰਹੇ ਸਨ। ਨਾਗ ਮਾਤਾ ਸਾਰਿਆਂ ਨਾਗਾਂ ਨੂੰ ਹਰ ਰੋਜ਼ ਦੁੱਧ ਪਿਲਾਉਂਦੀ ਹੁੰਦੀ ਸੀ। ਅਚਾਨਕ ਇੱਕ ਦਿਨ ਨਾਗ ਮਾਤਾ ਨੇ ਕਿਤੇ ਦੂਰ ਜਾਣਾ ਸੀ। ਉਹ ਸੁਸ਼ੀਲਾ ਦੀ ਜ਼ਿੰਮੇਵਾਰੀ ਲਗਾ ਗਈ ਕਿ ਉਹ ਸਾਰਿਆਂ ਨਾਗਾਂ ਨੂੰ ਮੇਰੀ ਗੈਰ ਹਾਜ਼ਰੀ ਵਿੱਚ ਦੁੱਧ ਪਿਲਾਵੇਗੀ। ਨਾਗਾਂ ਨੂੰ ਦੁੱਧ ਪਿਲਾਉਣ ਦਾ ਸਮਾਂ ਆ ਗਿਆ। ਸੁਸ਼ੀਲਾ ਨੇ ਇੱਕ ਬਹੁਤ ਹੀ ਵੱਡਾ ਬਰਤਨ ਲੈ ਕੇ ਉਸ ਵਿੱਚ ਦੁੱਧ ਗਰਮ ਕਰਕੇ ਬਰਤਨ ਜ਼ਮੀਨ ਤੇ ਰੱਖ ਦਿੱਤਾ। ਸੁਸ਼ੀਲਾ ਨੇ ਘੰਟੀ ਵਜਾ ਦਿੱਤੀ ਅਤੇ ਸਾਰੇ ਨਾਗ ਦੁੱਧ ਪੀਣ ਵਾਸਤੇ ਇੱਕਦਮ ਇਕੱਠੇ ਹੋ ਗਏ। ਸਾਰਿਆਂ ਤੋਂ ਪਹਿਲਾਂ ਛੋਟੇ ਨਾਗਾਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ। ਅਚਾਨਕ ਛੋਟੇ ਨਾਗ ਤੜਫਣ ਲੱਗੇ। ਸੁਸ਼ੀਲਾ ਵੇਖ ਕੇ ਹੈਰਾਨ ਰਹਿ ਗਈ ਕਿ ਛੋਟੇ ਨਾਗਾਂ ਦੇ ਮੂੰਹ ਗਰਮ ਦੁੱਧ ਨਾਲ ਸੜ ਗਏ ਸੀ। ਨਾਗ ਬਹੁਤ ਕ੍ਰੋਧ ਵਿੱਚ ਆ ਗਏ ਅਤੇ ਸੁਸ਼ੀਲਾ ਦੇ ਆਲੇ ਦੁਆਲੇ ਤੜਫਦੇ ਹੋਏ ਘੁੰਮਣ ਲੱਗ ਪਏ। ਇੰਨੇ ਨੂੰ ਨਾਗ ਮਾਤਾ ਆ ਗਈ ਅਤੇ ਉਸਨੇ ਛੋਟੇ ਨਾਗਾਂ ਨੂੰ ਸ਼ਾਂਤ ਕੀਤਾ। ਕੁਝ ਦਿਨਾਂ ਬਾਅਦ ਨਾਗ ਮਾਤਾ ਅਤੇ ਨਾਗ ਭਰਾ ਨੇ ਛੋਟੀ ਨੌਂ ਨੂੰ ਬਹੁਤ ਸਾਰੀ ਧਨ ਦੌਲਤ ਅਤੇ ਹੀਰੇ ਜਵਾਹਰ ਦੇ ਕੇ ਉਸਦੇ ਸਹੁਰੇ ਘਰ ਵਿਦਿਆ ਕਰ ਦਿੱਤਾ। ਸੇਠ ਦੀਆਂ ਬਾਕੀ ਨੌਹਾਂ ਬਹੁਤ ਹੈਰਾਨ ਸਨ ਕਿ ਛੋਟੀ ਦਾ ਭਰਾ ਕਿੰਨਾ ਅਮੀਰ ਹੈ। ਇੱਕ ਸੋਨੇ ਦੀ ਝਾੜੂ ਵੀ ਲਿਆ ਕੇ ਦੇ ਦਿੰਦਾ ਤਾਂ ਨਾਗ ਨੂੰ ਪਤਾ ਲੱਗਾ ਤਾਂ ਉਸਨੇ ਆਪਣੀ ਭੈਣ ਨੂੰ ਸੋਨੇ ਦੀ ਝਾੜੂ ਵੀ ਲਿਆ ਕੇ ਦੇ ਦਿੱਤੀ। ਇੱਕ ਹੀਰੇ ਮੋਤੀਆਂ ਵਾਲਾ ਹਾਰ ਵੀ ਲਿਆ ਕੇ ਦੇ ਦਿੱਤਾ। ਨਾਗ ਦੇਵਤਾ ਵੱਲੋਂ ਦਿੱਤੇ ਗਏ ਹੀਰਿਆਂ ਨਾਲ ਜੜੇ ਹੋਏ ਹਾਰ ਦੀ ਪ੍ਰਸ਼ੰਸਾ ਹਰ ਪਾਸੇ ਹੋਣ ਲੱਗੀ। ਹੌਲੀ ਇਹ ਗੱਲ ਮੌਕੇ ਦੀ ਰਾਣੀ ਤੱਕ ਪਹੁੰਚ ਗਈ ਅਤੇ ਰਾਣੀ ਨੇ ਆਪਣੇ ਸੈਨਿਕ ਭੇਜ ਕੇ ਸੁਸ਼ੀਲਾ ਪਾਸੋਂ ਇਹ ਹਾਰ ਆਪਣੇ ਪਾਸ ਮੰਗਵਾ ਲਿਆ। ਜਦੋਂ ਇਹ ਹਾਰ ਰਾਣੀ ਨੇ ਪਹਿਨਿਆ ਤਾਂ ਉਸਨੇ ਇੱਕ ਨਾਗ ਦਾ ਰੂਪ ਧਾਰਨ ਕਰ ਲਿਆ। ਰਾਣੀ ਨੇ ਆਪਣੇ ਗਲੇ ਵਿੱਚੋਂ ਉਹ ਨਾਗ ਕੱਢ ਕੇ ਥੱਲੇ ਸੁੱਟ ਦਿੱਤਾ। ਸੁਸ਼ੀਲਾ ਨੂੰ ਰਾਜ ਦਰਬਾਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਸੁਸ਼ੀਲਾ ਨੇ ਦੱਸਿਆ ਕਿ ਇਹ ਹਾਰ ਸਿਰਫ ਮੇਰੇ ਗਲੇ ਵਿੱਚ ਹੀ ਰਹਿ ਸਕਦਾ ਹੈ, ਕਿਉਂਕਿ ਮੇਰੇ ਨਾਗ ਭਰਾ ਦਾ ਬਚਨ ਹੈ ਕਿ ਇਸ ਨੂੰ ਕੋਈ ਦੂਸਰਾ ਨਹੀਂ ਪਹਿਨ ਸਕਦਾ। ਜੇਕਰ ਪਹਿਨੇਗਾ ਤਾਂ ਇਹ ਹਾਰ ਨਾਗ ਦਾ ਰੂਪ ਧਾਰਨ ਕਰ ਲਵੇਗਾ। ਰਾਣੀ ਨੇ ਭਰੇ ਦਰਬਾਰ ਵਿੱਚ ਹੁਕਮ ਦਿੱਤਾ, ਸੁਸ਼ੀਲਾ ਤੂੰ ਇਸ ਨਾਗ ਨੂੰ ਥੱਲਿਓਂ ਚੁੱਕ ਕੇ ਆਪਣੇ ਗਲੇ ਵਿੱਚ ਪਹਿਨ। ਜੇਕਰ ਇਹ ਹਾਰ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਤੈਨੂੰ ਸਜ਼ਾ ਮਿਲੇਗੀ। ਸੁਸ਼ੀਲਾ ਨੇ ਨਾਗ ਨੂੰ ਚੁੱਕਿਆ ਅਤੇ ਆਪਣੇ ਗਲੇ ਵਿੱਚ ਪਾਇਆ ਤਾਂ ਉਹ ਫਿਰ ਦੁਬਾਰਾ ਹੀਰਿਆਂ ਵਾਲਾ ਹਾਰ ਬਣ ਗਿਆ। ਰਾਣੀ ਬਹੁਤ ਪਛਤਾ ਰਹੀ ਸੀ। ਉਸਨੇ ਸੁਸ਼ੀਲਾ ਕੋਲੋਂ ਆਪਣੀ ਗਲਤੀ ਦੀ ਮੁਆਫੀ ਮੰਗੀ। ਸੁਸ਼ੀਲਾ ਨੂੰ ਯਾਦ ਆਇਆ ਕਿ ਅੱਜ ਤਾਂ ਮੇਰੇ ਨਾਗ ਭਰਾਵਾਂ ਨੇ ਮੇਰੇ ਘਰੇ ਫਿਰ ਆਉਣਾ ਹੈ। ਛੋਟੀ ਨੌਂ ਨੇ ਆਪਣੇ ਭਰਾ ਨਾਗ ਅਤੇ ਬਾਕੀ ਨਾਗ ਭਰਾਵਾਂ ਦਾ ਸਵਾਗਤ ਲਈ ਬਹੁਤ ਹੀ ਸੁੰਦਰ ਕਲੀਆਂ ਦੀ ਛੇਜ ਬੈਠਣ ਵਾਸਤੇ ਵਿਛਾ ਦਿੱਤੀ ਅਤੇ ਠੰਡੇ ਦੁੱਧ ਦੇ ਪਿਆਲੇ ਰੱਖੇ। ਉਧਰ ਨਾਗ ਲੋਕ ਵਿੱਚ ਉਹ ਛੋਟੇ ਨਾਗ ਹੁਣ ਵੱਡੇ ਹੋ ਗਏ ਸੀ। ਉਹਨਾਂ ਨੇ ਤੈਅ ਕੀਤਾ ਸੀ ਕਿ ਇਸ ਵਾਰ ਅਸੀਂ ਸੁਸ਼ੀਲਾ ਦੇ ਘਰ ਜਾ ਕੇ ਉਸ ਨੂੰ ਡੰਗ ਮਾਰ ਕੇ ਆਵਾਂਗੇ, ਕਿਉਂਕਿ ਉਸਨੇ ਪਿਛਲੀ ਵਾਰ ਸਾਨੂੰ ਗਰਮ ਦੁੱਧ ਪਿਲਾ ਕੇ ਸਾਡੇ ਮੂੰਹ ਸਾੜ ਦਿੱਤੇ ਸੀ। ਨਾਗ ਭਰਾ ਦੇ ਨਾਲ ਛੋਟੇ ਨਾਗ ਵੀ ਜਦੋਂ ਸੁਸ਼ੀਲਾ ਦੇ ਘਰ ਦੀਆਂ ਬਰੂਹਾਂ ਤੇ ਪਹੁੰਚੇ ਤਾਂ ਉਹ ਵੇਖ ਕੇ ਹੈਰਾਨ ਰਹਿ ਗਏ, ਕਿਉਂਕਿ ਸੁਸ਼ੀਲਾ ਨੇ ਆਪਣੇ ਭਰਾਵਾਂ ਦਾ ਸਵਾਗਤ ਬਹੁਤ ਹੀ ਪ੍ਰੇਮ ਪਿਆਰ ਅਤੇ ਵਧੀਆ ਢੰਗ ਨਾਲ ਕੀਤਾ ਅਤੇ ਸਾਰਿਆਂ ਨੂੰ ਠੰਡੇ ਦੁੱਧ ਦਾ ਭੋਗ ਵੀ ਲਗਵਾਇਆ। ਸੁਸ਼ੀਲਾ ਨੇ ਆਪਣੇ ਨਾਗ ਭਰਾਵਾਂ ਤੋਂ ਪਿਛਲੀ ਵਾਰ ਹੋਈ ਗਲਤੀ ਦੀ ਮੁਆਫੀ ਵੀ ਮੰਗੀ। ਅੱਜ ਸਾਰੇ ਨਾਗ ਬਹੁਤ ਖੁਸ਼ ਸੀ। ਉਹ ਸਮਝ ਗਏ ਸੀ ਕਿ ਉਸ ਸਮੇਂ ਸੁਸ਼ੀਲਾ ਤੋਂ ਅਣਜਾਣੇ ਵਿੱਚ ਗਲਤੀ ਹੋਈ ਸੀ। ਸਾਰੇ ਨਾਗ ਬਹੁਤ ਖੁਸ਼ ਸੀ ਅਤੇ ਖੁਸ਼ੀ ਨਾਲ ਝੂਮ ਰਹੇ ਸੀ। ਨਾਗ ਭਰਾ ਨੇ ਖੁਸ਼ ਹੋ ਕੇ ਬਚਨ ਕੀਤਾ, ਅੱਜ ਪੰਚਮੀ ਤਿਥੀ ਹੈ। ਅੱਜ ਦੇ ਦਿਨ ਜੋ ਵੀ ਔਰਤ ਰਹਿੰਦੀ ਦੁਨੀਆ ਤੱਕ ਨਾਗ ਨੂੰ
ਭਰਾ ਮੰਨ ਕੇ ਦੁੱਧ ਦਾ ਭੋਗ ਲਗਾਵੇਗੀ, ਨਾਗ ਦੇਵਤਾ ਉਸ ਭੈਣ ਦੀ ਰੱਖਿਆ ਲਈ ਹਮੇਸ਼ਾ ਤਿਆਰ ਬਰ ਤਿਆਰ ਖੜੇ ਰਹਿਣਗੇ। ਉਸੇ ਹੀ ਦਿਨ ਤੋਂ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਕਰਕੇ ਔਰਤਾਂ ਨਾਗ ਪੰਚਮੀ ਵਾਲੇ ਦਿਨ ਨਾਗ ਨੂੰ ਭਰਾ ਮੰਨ ਕੇ ਠੰਡਾ ਦੁੱਧ ਪਿਲਾਉਂਦੀਆਂ ਹਨ ਅਤੇ ਨਾਗਾਂ ਦੀ ਪੂਜਾ ਕਰਦੀਆਂ ਹਨ। ਜੇਕਰ ਨਾਗ ਪੰਚਮੀ ਦੀ ਕਥਾ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਨਾਗ ਪੰਚਮੀ ਦੀ ਕਥਾ ਹੋਰ ਵੀ ਸਾਰੇ ਸੁਣ ਸਕਣ ਅਤੇ ਸਭ ਤੇ ਨਾਗ ਦੇਵਤਾ ਮਿਹਰਬਾਨ ਹੋ ਸਕਣ। ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਧੰਨਵਾਦ। ਜੈਕਾਰਾ ਨਾਗ ਦੇਵਤਾ ਜੀ ਦਾ, ਬੋਲ ਸੱਚੇ ਦਰਬਾਰ ਦੀ ਜੈ। ਜੈਕਾਰਾ ਸੰਤ ਸਾਈਂ ਲੋਕ ਜੀ ਦਾ, ਬੋਲ ਸੱਚੇ ਦਰਬਾਰ ਦੀ ਜੈ।